ਅੱਜ ਦੀ ਵੀਡੀਓ ਦੀ ਮਹੱਤਤਾ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਹਾਂ। ਕੁਛ ਹੀ ਚਿਰ ਹੋਇਆ ਮੈंने ਇੱਕ ਤਕਸੀਮ ਦਾ ਕੇਸ ਕੀਤਾ, ਮਕਾਨ ਦੀ ਵੰਡ ਦੇ ਸੰਬੰਧ ਵਿੱਚ ਕੇਸ ਕੀਤਾ। ਜਿਸ ਪਾਰਟੀ ਵੱਲੋਂ मैंने ਕੇਸ ਕੀਤਾ, ਦੂਸਰੀ ਪਾਰਟੀ ਕੋਲ ਜਿਹੜੀ ਸੀ ਇੱਕ ਵਸੀਅਤ ਸੀ, ਲੇਕਿਨ ਜਦੋਂ ਉਹਨਾਂ ਨੇ ਜਵਾਬ ਦਾਵਾ ਦਾਇਰ ਕੀਤਾ ਤਾਂ ਉਸ ਜਵਾਬ ਦਾਵੇ ਦੇ ਵਿੱਚ ਉਸ ਵਸੀਅਤ ਦਾ ਜ਼ਿਕਰ ਨਹੀਂ ਕੀਤਾ। ਜਦੋਂ ਐਵੀਡੈਂਸ ਸ਼ੁਰੂ ਹੋਇਆ, मैंने ਆਪਣਾ ਐਵੀਡੈਂਸ ਕਰਾ ਦਿੱਤਾ। ਉਹਨਾਂ ਨੇ ਆਪਣੇ ਐਵੀਡੈਂਸ ਦੇ ਵਿੱਚ ਜਿਹੜੀ ਵਸੀਅਤ ਉਹਨਾਂ ਦੇ ਹੱਕ ਵਿੱਚ ਹੋਈ ਸੀ ਉਸ ਨੂੰ ਸਾਬਿਤ ਕਰ ਦਿੱਤਾ, ਲੇਕਿਨ ਕੋਰਟ ਨੇ ਉਸ ਵਸੀਅਤ ਨੂੰ ਨਹੀਂ ਮੰਨਿਆ ਕਿਉਂਕਿ ਉਹਨਾਂ ਨੇ ਆਪਣੀ ਪਲੀਡਿੰਗਸ ਦੇ ਵਿੱਚ ਉਸ ਦਾ ਜ਼ਿਕਰ ਨਹੀਂ ਕੀਤਾ ਸੀ। ਕਿੰਨੀ ਵੱਡੀ ਗਲਤੀ ਹੋਈ। 7 ਸਾਲ ਕੇਸ ਚੱਲਣ ਤੋਂ ਬਾਅਦ ਜਿਹੜਾ ਹੈ ਉਹ ਪਾਰਟੀ ਜਿਹੜੀ ਹੈ ਕੇਸ ਹਾਰ ਗਈ ਅਤੇ ਕੋਰਟ ਨੇ ਮਕਾਨ ਨੂੰ ਤਕਸੀਮ ਕਰਨ ਦਾ ਜਿਹੜਾ ਹੈਗਾ ਕੇਸ ਮਨਜ਼ੂਰ ਕਰ ਦਿੱਤਾ। ਕੋਰਟ ਨੇ ਉਹ ਕੇਸ ਦਾਇਰ ਕਰਨ ਵਾਲੀ ਪਾਰਟੀ ਦੇ ਹੱਕ ਵਿੱਚ ਕਰ ਦਿੱਤਾ ਅਤੇ ਕਿਹਾ ਕਿ ਇਸ ਮਕਾਨ ਦੀ ਜਿਹੜੀ ਹੈ ਤਕਸੀਮ ਕੀਤੀ ਜਾਵੇ। ਜਿਹੜੀ ਦੂਜੀ ਪਾਰਟੀ ਨੇ ਵਸੀਅਤ ਸਾਬਤ ਕੀਤੀ ਸੀ ਉਸ ਵਸੀਅਤ ਨੂੰ ਆਪਣੀ ਪਲੀਡਿੰਗਸ ਦੇ ਵਿੱਚ ਉਹਦਾ ਜ਼ਿਕਰ ਨਹੀਂ ਕੀਤਾ ਸੀ। ਜਿਹੜੀ ਇਸ ਤੇ ਜਿਹੜੀ ਮੇਨ ਗੱਲ ਇਹ ਮੰਨੀ ਜਾਂਦੀ ਹੈ, ਤੁਸੀਂ ਜਿੰਨਾ ਮਰਜ਼ੀ ਐਵੀਡੈਂਸ ਕਰਵਾ ਦਿਵੋ, ਅਗਰ ਤੁਸੀਂ ਉਹ ਗੱਲ ਪਲੀਡ ਨਹੀਂ ਕੀਤੀ, ਤੁਹਾਡੀਆਂ ਪਲੀਡਿੰਗਸ ਦੇ ਵਿੱਚ ਤੁਹਾਡੇ ਲਿਖਣ ਦੇ ਵਿੱਚ ਉਹ ਗੱਲ ਨਹੀਂ ਆਈ ਤਾਂ ਤੁਸੀਂ ਜਿਹੜਾ ਹੈ ਕੇਸ ਹਾਰ ਜਾਓਗੇ। ਇਸ ਦੇ ਸੰਬੰਧ ਵਿੱਚ ਆਮ ਤੌਰ ਤੇ ਇੱਕ ਗੱਲ ਜਿਹੜੀ ਹੈ ਕਾਨੂੰਨ ਦੇ ਵਿੱਚ ਕਹੀ ਜਾਂਦੀ ਉਹ ਹੈ, no amount of evidence can be looked into unless there are pleadings। ਇਸ ਕਰਕੇ ਤੁਹਾਡੀਆਂ ਜਿਹੜੀਆਂ ਪਲੀਡਿੰਗਸ ਨੇ ਉਹ ਬਹੁਤ ਠੀਕ ਹੋਣੀਆਂ ਚਾਹੀਦੀਆਂ ਨੇ, ਨਹੀਂ ਤਾਂ ਕਈ ਸਾਲ ਕੇਸ ਚੱਲਣ ਤੋਂ ਬਾਅਦ ਅੰਤ ਵਿੱਚ ਤੁਸੀਂ ਪਾਓਗੇ ਕਿ ਜਿਹੜਾ ਕੇਸ ਤੁਹਾਡੇ ਖਿਲਾਫ ਹੋ ਚੁੱਕਿਆ ਹੈ। ਅਗਰ ਤੁਸੀਂ ਕੇਸ ਜਿੱਤਣਾ ਚਾਹੁੰਦੇ ਹੋ ਔਰ ਕੇਸ ਦੀ ਤੁਸੀਂ ਪੂਰੀ ਪੈਰਵਾਈ ਕਰਨਾ ਚਾਹੁੰਦੇ ਹੋ, ਤੁਸੀਂ ਇਹ ਚਾਹੁੰਦੇ ਹੋ ਕਿ ਕੇਸ ਤੁਹਾਡੇ ਹੱਕ ਦੇ ਵਿੱਚ ਹੋਵੇ, ਤਾਂ ਉਸ ਦੇ ਸੰਬੰਧ ਵਿੱਚ ਦੀਵਾਨੀ ਦਾਅਵੇ ਦੇ ਸੰਬੰਧ ਵਿੱਚ ਅੱਜ ਮੈਂ ਤੁਹਾਡੇ ਨਾਲ ਕੁਝ ਮਹੱਤਵਪੂਰਨ ਗੱਲਾਂ ਕਰਾਂਗਾ। ਜਿਸ ਤਰ੍ਹਾਂ ਕਿ ਮੈंने ਉੱਪਰ ਤੁਹਾਨੂੰ ਦੱਸਿਆ ਹੈ, ਮੇਰਾ ਜਾਣਕਾਰੀ ਦੇਣ ਦਾ ਮਕਸਦ ਸਿਰਫ ਇੰਨਾ ਹੀ ਹੈ ਤਾਂ ਜੋ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਾ ਪਵੇ, ਕਿਉਂ ਕੋਰਟ ਦੇ ਵਿੱਚ ਜਿਹੜਾ ਹੈਗਾ ਪੈਸਾ ਔਰ ਵਕਤ ਜਿਹੜਾ ਹੈ ਔਰ ਖੱਜਲ ਖੁਆਰੀ ਬਹੁਤ ਮਿਲਦੀ ਹੈ, ਔਰ ਖੱਜਲ ਖੁਆਰੀ ਹੋਣ ਦੇ ਬਾਵਜੂਦ ਵੀ ਅਗਰ ਤੁਹਾਨੂੰ ਨਾਮ ਕਾਮਯਾਬੀ ਦਾ ਜਿਹੜਾ ਹੈ ਮੂੰਹ ਦੇਖਣਾ ਪਵੇ, ਮੈਂ ਉਹ ਨਹੀਂ ਚਾਹੁੰਦਾ। ਮੈਂ ਚਾਹੁੰਦਾ ਤੁਸੀਂ ਲਿਟੀਗੇਸ਼ਨ ਆਪ ਦੇਖ ਲਓ, ਜਦੋਂ ਮਜਬੂਰੀ ਹੋਵੇ ਉਸੇ ਵੇਲੇ ਤੁਸੀਂ ਜਿਹੜੀ ਹੈ ਲਿਟੀਗੇਸ਼ਨ ਸਟਾਰਟ ਕਰਿਓ। ਦੀਵਾਨੀ ਦਾਅਵੇ ਦੇ ਸੰਬੰਧ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਦਾਅਵਾ ਜਿਹੜਾ ਹੈ ਤੁਸੀਂ ਕਾਮਯਾਬ ਹੋ ਜਾਓ ਦਾਅਵਾ ਕਰਨ ਦੇ ਵਿੱਚ ਔਰ ਉਹ ਤੁਹਾਡੇ ਹੱਕ ਦੇ ਵਿੱਚ ਹੋਵੇ। ਸਾਰਿਆਂ ਨਾਲੋਂ ਪਹਿਲੀ ਔਰ ਮਹੱਤਵਪੂਰਨ ਜਿਹੜੀ ਗੱਲ ਹੈ, मैंने ਉਪਰੋਕਤ ਜਿਸ ਦਾ ਜ਼ਿਕਰ ਕੀਤਾ ਹੈ ਉਹ ਹੈ ਪਲੀਡਿੰਗਸ। ਤੁਹਾਡੀਆਂ ਪਲੀਡਿੰਗ ਦੇ ਵਿੱਚ, ਤੁਹਾਡੇ ਦਾਅਵੇ ਦੇ ਵਿੱਚ, ਤੁਹਾਡੇ ਜਵਾਬ ਦਾਅਵੇ ਵਿੱਚ ਜੋ ਤੁਹਾਡਾ ਕਲੇਮ ਬਣਦਾ ਹੈ, ਜੋ ਤੁਹਾਡਾ ਰਾਈਟ ਇਨਫਰਿੰਜ ਹੋਇਆ ਹੈ, ਤਾਂ ਉਸ ਦੇ ਸੰਬੰਧ ਵਿੱਚ ਜਿਹੜਾ ਹੈ ਪੂਰੀ ਜਾਣਕਾਰੀ ਦਿਓ ਤਾਂ ਜੋ ਕੋਈ ਤੁਸੀਂ ਐਵੀਡੈਂਸ ਕਰਵਾਓ ਤਾਂ ਤੁਹਾਨੂੰ ਬਾਅਦ ਚੋਂ ਇਹ ਮਹਿਸੂਸ ਨਾ ਹੋਵੇ ਕਿ मैंने ਇਹ ਗੱਲ ਤਾਂ ਲਿਖੀ ਨਹੀਂ ਔਰ ਮੈਂ ਐਵੀਡੈਂਸ ਉਸ ਦੇ ਸੰਬੰਧ ਵਿੱਚ ਕਰਵਾ ਦਿੱਤਾ, ਤਾਂ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਫੇਲਿਅਰ ਦਾ ਸਾਹਮਣਾ ਕਰਨਾ ਪਏਗਾ। ਦੂਸਰੀ ਜਿਹੜੀ ਗੱਲ ਹੈ ਉਹ ਹੈ ਕੋਰਟ ਦਾ ਅਧਿਕਾਰ ਖੇਤਰ। ਜਿਹੜਾ ਤੁਸੀਂ ਦਾਅਵਾ ਦਾਇਰ ਕਰਨਾ ਹੈ ਉਹ ਕੋਰਟ ਪ੍ਰੋਪਰ ਜੁਰਿਸਡਿਕਸ਼ਨ ਦੀ ਕੋਰਟ ਦੇ ਤਹਿਤ ਹੀ ਕਰਨਾ ਹੈ, ਨਹੀਂ ਤਾਂ ਜਿਹੜਾ ਹੈ ਤੁਸੀਂ ਫੇਲ ਹੋ ਜਾਓਗੇ, ਕਿਉਂ ਇਹ ਲੀਗਲ ਆਬਜੈਕਸ਼ਨ ਹੈ। ਸਾਰਾ ਦਾਅਵਾ ਚੱਲਦੇ ਦਰਮਿਆਨ ਕਿਸੇ ਵਕਤ ਵੀ ਜਿਹੜਾ ਹੈ ਦੂਸਰੀ ਧਿਰ ਜੁਰਿਸਡਿਕਸ਼ਨ ਦੇ ਸੰਬੰਧ ਵਿੱਚ ਆਪਣਾ ਇਤਰਾਜ਼ ਉਠਾ ਸਕਦੀ ਹੈ। ਹੁਣ ਕੁਝ ਐਸੀਆਂ ਤੁਹਾਨੂੰ ਮੈਂ ਗੱਲਾਂ ਦੱਸਾਂਗਾ ਜਿਸ ਦੇ ਵਿੱਚ ਤੁਹਾਡੀ ਜੁਰਿਸਡਿਕਸ਼ਨ ਦਾ ਤੁਹਾਨੂੰ ਪਤਾ ਲੱਗ ਜਾਵੇ। ਜੇਕਰ ਤੁਸੀਂ ਇਮੂਵੇਬਲ ਪ੍ਰਾਪਰਟੀ, ਜ਼ਮੀਨ, ਮਕਾਨ, ਜਾਇਦਾਦ ਦੇ ਸੰਬੰਧ ਵਿੱਚ, ਉਸ ਨੂੰ ਲੈਣ ਦੇ ਸੰਬੰਧ ਵਿੱਚ, ਉਸ ਦੇ ਕਬਜ਼ੇ ਦੇ ਸੰਬੰਧ ਵਿੱਚ ਅਗਰ ਕੋਈ ਕੇਸ ਕਰਨਾ ਹੈ ਤਾਂ ਇਹ ਕੇਸ ਉਸ ਕੋਰਟ ਵਿੱਚ ਦਾਇਰ ਹੋਏਗਾ ਜਿੱਥੇ ਤੁਹਾਡੀ ਜ਼ਮੀਨ, ਮਕਾਨ ਜਾਂ ਇਮੂਵੇਬਲ ਪ੍ਰਾਪਰਟੀ ਸਿਚੁਏਟਡ ਹੈ। ਉਸ ਅਦਾਲਤ ਦੀ ਜਿਹੜੀ ਹੈ ਜੁਰਿਸਡਿਕਸ਼ਨ ਬਣਦੀ ਹੈ, ਉਸ ਅਦਾਲਤ ਦੇ ਵਿੱਚ ਉਹ ਕੇਸ ਹੋਏਗਾ। ਇਸੇ ਤਰ੍ਹਾਂ ਹੀ ਅਗਰ ਤੁਹਾਡੇ ਨਾਲ ਕੋਈ ਕਿਸੇ ਨੇ ਜ਼ਿਆਦਤੀ ਕੀਤੀ ਹੈ, ਤੁਹਾਡੇ ਨਾਲ ਕਿਸੇ ਨੇ ਕੋਈ ਤੁਹਾਡਾ ਰਾਈਟ ਜਿਹੜਾ ਹੈ ਇਨਫਰਿੰਜ ਕੀਤਾ ਹੈ, ਤਾਂ ਜਿਹੜਾ ਕੇਸ ਹੈ ਉਹ ਦੋ ਜਗ੍ਹਾ ਤੇ ਹੋ ਸਕਦਾ ਹੈ। ਇੱਕ ਜਿੱਥੇ ਤੁਸੀਂ ਤੁਹਾਡੇ ਨਾਲ ਜਿਹੜੀ ਹੈ ਜ਼ਿਆਦਤੀ ਹੋਈ ਹੈ, ਤੁਹਾਡਾ ਕੋਈ ਰਾਈਟ ਇਨਫਰਿੰਜ ਹੋਇਆ ਹੈ, ਉਸ ਜਗ੍ਹਾ ਤੇ ਜਿਹੜਾ ਹੈ ਤੁਸੀਂ ਕੇਸ ਫਾਈਲ ਕਰ ਸਕਦੇ ਹੋ, ਉਸ ਕੋਰਟ ਦੀ ਜੁਰਿਸਡਿਕਸ਼ਨ ਹੈ। ਇਸੇ ਤਰ੍ਹਾਂ ਹੀ
ਜਿੱਥੇ ਦੂਜੀ ਧਿਰ ਰਹਿੰਦੀ ਹੈ ਜਿਸ ਦੇ ਖਿਲਾਫ ਤੁਸੀਂ ਕੇਸ ਕਰਨਾ ਹੈ ਤਾਂ ਉਸ ਅਦਾਲਤ ਦੇ ਵਿੱਚ ਵੀ ਕੇਸ ਹੋ ਸਕਦਾ ਹੈ। ਕਾਜ਼ ਆਫ ਐਕਸ਼ਨ ਦੇਖਣਾ ਹੈ ਉਹ ਕਿੱਥੇ ਅਰਾਈਜ਼ ਹੋਇਆ। ਲੇਕਿਨ ਕੋਈ ਵੀ ਅਗਰ ਤੁਸੀਂ ਪੈਸਾ ਲੈਣਾ ਹੈ, ਤੁਹਾਡਾ ਰਾਈਟ ਇਨਫ੍ਰਿੰਜ ਹੋਇਆ ਹੈ, ਤਾਂ ਉਸ ਅਦਾਲਤ ਦੇ ਵਿੱਚ ਜਾ ਕੇ ਤੁਸੀਂ ਕੋਰਟ ਕੇਸ ਕਰ ਸਕਦੇ ਹੋ ਜਿਸ ਅਦਾਲਤ ਦੀ ਜੁਰਿਸਡਿਕਸ਼ਨ ਦੇ ਵਿੱਚ ਜਿਹੜੀ ਦੂਜੀ ਧਿਰ ਜਾਂ ਡਿਫੈਂਡੈਂਟ ਜਾਂ ਮੁਦਾਲਾ ਰਹਿੰਦਾ ਹੈ ਉੱਥੇ ਕੇਸ ਕੀਤਾ ਜਾ ਸਕਦਾ ਹੈ। ਅਗਰ ਤੁਹਾਡੀਆਂ ਇਮੂਵੇਬਲ ਪ੍ਰਾਪਰਟੀਆਂ ਨੇ ਜਿਹੜੀਆਂ ਦੋ ਕੋਰਟਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀਆਂ ਹਨ ਤਾਂ ਜਿਹੜਾ ਹੈ ਤੁਸੀਂ ਉਹਨਾਂ ਦੋਨਾਂ ਅਦਾਲਤਾਂ ਦੀ ਕਿਸੇ ਇੱਕ ਅਦਾਲਤ ਦੇ ਵਿੱਚ ਦੋਨਾਂ ਪ੍ਰਾਪਰਟੀਆਂ ਦੇ ਸੰਬੰਧ ਵਿੱਚ ਕੇਸ ਕੀਤਾ ਜਾ ਸਕਦਾ ਹੈ। ਉਦੋਂ ਉਸ ਵੇਲੇ ਦੋਨਾਂ ਕੋਰਟਾਂ ਦੀ ਜਿਹੜੀ ਹੈ ਜੁਰਿਸਡਿਕਸ਼ਨ ਬਣਦੀ ਹੈ ਔਰ ਦੋਨਾਂ ਕੋਰਟਾਂ ਦੇ ਸੰਬੰਧ ਵਿੱਚ ਉਸ ਇੱਕ ਕੋਰਟ ਦੇ ਵਿੱਚ ਜਿਹੜਾ ਹੈ ਕੇਸ ਫਾਈਲ ਕੀਤਾ ਜਾ ਸਕਦਾ ਹੈ। ਇਹ ਹੈ ਆਮ ਤੌਰ ਤੇ ਜਿਹੜੀ ਹੈ ਜੁਰਿਸਡਿਕਸ਼ਨ ਦੇ ਸੰਬੰਧ ਵਿੱਚ ਜਾਣਕਾਰੀ ਜਿਹੜੀ ਆਮ ਕੰਮ ਕਰਦੀ ਹੈ। ਇੱਕ ਸਪੈਸੀਫਿਕ ਅਗਰ ਤੁਸੀਂ ਜੁਰਿਸਡਿਕਸ਼ਨ ਦੇ ਬਾਰੇ ਪਤਾ ਕਰਨਾ ਚਾਹੁੰਦੇ ਹੋ ਤਾਂ ਜਿਹੜੀਆਂ ਸੈਕਸ਼ਨ 15 ਤੋਂ ਲੈ ਕੇ 21 ਤੱਕ ਸਿਵਲ ਪ੍ਰੋਸੀਜਰ ਕੋਡ ਦੇ ਵਿੱਚ ਸਾਰਾ ਜਿਹੜਾ ਹੈ ਕੋਰਟ ਦੀ ਜੁਰਿਸਡਿਕਸ਼ਨ ਬਾਰੇ ਜਿਹੜੀ ਹੈ ਨੌਲੇਜ ਦਿੱਤੀ ਹੋਈ ਹੈ। ਜਿਹੜੀ ਤੀਸਰੀ ਮਹੱਤਵਪੂਰਨ ਗੱਲ ਆ ਜਾਂਦੀ ਹੈ ਉਹ ਹੈ ਲਿਮਿਟੇਸ਼ਨ। ਅਗਰ ਤੁਸੀਂ ਕੋਈ ਵੀ ਜਿਹੜਾ ਹੈ ਕੇਸ ਫਾਈਲ ਕਰਨਾ ਹੈ ਉਸ ਦੀ ਮਿਆਦ ਜਿਹੜੀ ਹੈ ਕਾਨੂੰਨ ਦੇ ਵਿੱਚ ਦੱਸੀ ਗਈ ਹੈ। ਜਿਵੇਂ ਕਿ ਅਗਰ ਤੁਸੀਂ ਕਿਸੇ ਨੂੰ ਪੈਸਾ ਦਿੱਤਾ ਹੈ ਔਰ ਉਹ ਤੁਸੀਂ ਪੈਸਾ ਲੈਣ ਦੇ ਸੰਬੰਧ ਵਿੱਚ ਕੇਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਉਸ ਦੀ ਮਿਆਦ ਹੈ ਉਹ 3 ਸਾਲ ਹੈ। 3 ਸਾਲ ਦੇ ਅੰਦਰ ਅੰਦਰ ਜੋ ਤੁਸੀਂ ਪੈਸਾ ਦਿੱਤਾ ਹੈ ਉਹਨੂੰ ਵਾਪਸ ਲੈਣ ਵਾਸਤੇ ਕੇਸ ਫਾਈਲ ਕਰ ਸਕਦੇ ਹੋ। ਅਗਰ ਉਹਦੇ 3 ਸਾਲ ਨਿਕਲ ਗਏ ਤਾਂ ਜਿਹੜਾ ਤੁਸੀਂ ਉਹ ਕੇਸ ਦਾਇਰ ਨਹੀਂ ਕਰ ਸਕਦੇ ਔਰ ਉਸ ਦੇ ਕੇਸ ਦੇ ਸੰਬੰਧ ਵਿੱਚ ਤੁਸੀਂ ਕੋਈ ਚਾਰਾਜੋਈ ਨਾ ਕਰਿਓ। ਮਿਆਦ ਦੇ ਸੰਬੰਧ ਵਿੱਚ ਲਿਮਿਟੇਸ਼ਨ ਐਕਟ ਬਣਿਆ ਹੋਇਆ ਹੈ। ਅਗਰ ਤੁਸੀਂ ਕਿਸੇ ਪਰਟੀਕੂਲਰ ਆਪਣੇ ਮੈਟਰ ਦੇ ਸੰਬੰਧ ਵਿੱਚ ਕੋਈ ਕੇਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਲਿਮਿਟੇਸ਼ਨ ਐਕਟ ਦੇ ਵਿੱਚ ਜਿਹੜੀ ਹੈ ਉਹਦੀ ਮਿਆਦ ਦੇਖੀ ਜਾਂਦੀ ਹੈ। ਆਮ ਤੌਰ ਤੇ ਜਿਹੜੀ ਮਿਆਦ ਹੈ ਉਹ 3 ਸਾਲ ਦੀ ਮੰਨੀ ਜਾਂਦੀ ਹੈ, ਲੇਕਿਨ ਕੁਝ ਇਹੋ ਜਿਹੀਆਂ ਗੱਲਾਂ ਵੀ ਹਨ ਜਿਹਦੇ ਵਿੱਚ ਜਿਹੜੀ ਹੈ ਮਿਆਦ ਘੱਟ ਵੱਧ ਸਕਦੀ ਹੈ। ਇਸ ਕਰਕੇ ਹਰ ਕੇਸ ਦੇ ਸੰਬੰਧ ਵਿੱਚ ਜਿਹੜੀ ਹੈ ਮਿਆਦ ਵੱਖਰੀ ਵੱਖਰੀ ਹੁੰਦੀ ਹੈ। ਤੁਸੀਂ ਉਸ ਕੇਸ ਦੇ ਸੰਬੰਧ ਵਿੱਚ ਅਗਰ ਮਿਆਦ ਦੇਖਣਾ ਚਾਹੁੰਦੇ ਹੋ ਤਾਂ ਜਿਹੜਾ ਮੈਂ ਉਪਰੋਕਤ ਐਕਟ ਦੱਸਿਆ ਹੈ ਉਸ ਦੇ ਤਹਿਤ ਜਿਹੜਾ ਹੈ ਤੁਸੀਂ ਉਸ ਤੋਂ ਦੇਖ ਸਕਦੇ ਹੋ। ਜਿਹੜੀ ਚੌਥੀ ਮਹੱਤਵਪੂਰਨ ਗੱਲ ਹੈ ਉਹ ਹੈ ਕਾਜ਼ ਆਫ ਐਕਸ਼ਨ ਦੀ। ਜੇ ਤੁਹਾਡੇ ਕੋਲ ਕੋਈ ਕਾਜ਼ ਆਫ ਐਕਸ਼ਨ ਹੈ, ਅਗਰ ਤੁਹਾਡਾ ਕੋਈ ਰਾਈਟ ਇਨਫ੍ਰਿੰਜ ਹੋਇਆ ਹੈ, ਤੁਸੀਂ ਕਿਸੇ ਨੂੰ ਪੈਸੇ ਦਿੱਤੇ ਨੇ ਲੈਣੇ ਨੇ ਜਾਂ ਤੁਹਾਨੂੰ ਕਿਸੇ ਨੇ ਕੋਈ ਨੁਕਸਾਨ ਪਹੁੰਚਾਇਆ ਹੈ ਤਾਂ ਜਿਹੜਾ ਹੈ ਤੁਹਾਡੇ ਕੋਲ ਕਾਜ਼ ਆਫ ਐਕਸ਼ਨ ਹੈ। ਅਗਰ ਤੁਹਾਡੇ ਕੋਲ ਕੋਈ ਕਾਜ਼ ਆਫ ਐਕਸ਼ਨ ਨਹੀਂ ਹੈ, ਤੁਹਾਡਾ ਰਾਈਟ ਕੋਈ ਇਨਫ੍ਰਿੰਜ ਨਹੀਂ ਹੋਇਆ, ਤੁਸੀਂ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਕੀਤਾ, ਕਿਸੇ ਨੇ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤਾਂ ਜਿਹੜਾ ਤੁਸੀਂ ਉਸ ਦੇ ਸੰਬੰਧ ਵਿੱਚ ਕੋਈ ਕੇਸ ਨਹੀਂ ਕਰ ਸਕਦੇ। ਜਿਹੜੀ ਪੰਜਵੀਂ ਮਹੱਤਵਪੂਰਨ ਗੱਲ ਆ ਜਾਂਦੀ ਹੈ ਉਹ ਹੈ ਕੋਰਟ ਫੀਸ। ਜਦੋਂ ਵੀ ਅਸੀਂ ਕੋਈ ਜਿਹੜਾ ਹੈ ਕੋਰਟ ਦੇ ਵਿੱਚ ਕੇਸ ਫਾਈਲ ਕਰਨਾ ਹੁੰਦਾ ਹੈ ਤਾਂ ਉਸ ਦੀ ਜਿਹੜੀ ਕੋਰਟ ਫੀਸ ਨਿਰਧਾਰਿਤ ਕੀਤੀ ਹੋਈ ਹੈ ਤਾਂ ਉਸ ਵਾਂਗੂ ਹੀ ਸਾਨੂੰ ਜਿਹੜੀ ਹੈ ਕੋਰਟ ਦੇ ਵਿੱਚ ਕੋਰਟ ਫੀਸ ਪੇ ਕਰਨੀ ਪੈਂਦੀ ਹੈ। ਅਗਰ ਕੋਰਟ ਫੀਸ ਅਸੀਂ ਘੱਟ ਪੇ ਕਰਦੇ ਹਾਂ ਤਾਂ ਜਿਹੜਾ ਹੈ ਉਹ ਕੋਰਟ ਦੇਖ ਲਏਗੀ ਵੀ ਇਹਨਾਂ ਨੇ ਕੋਰਟ ਫੀਸ ਘੱਟ ਲਾਈ ਹੋਈ ਹੈ ਤਾਂ ਜਿਹੜਾ ਹੈ ਕੋਰਟ ਫੀ ਪੂਰੀ ਕਰਨ ਵਾਸਤੇ ਤੁਹਾਨੂੰ ਜਿਹੜਾ ਹੈ ਕੋਰਟ ਵਕਤ ਦੇ ਦੇਗੀ। ਅਗਰ ਤੁਸੀਂ ਉਹ ਕੋਰਟ ਫੀਸ ਪੂਰੀ ਨਹੀਂ ਕਰਦੇ ਤਾਂ ਜਿਹੜਾ ਹੈ ਕੇਸ ਤੁਹਾਡਾ ਖਾਰਜ ਹੋ ਸਕਦਾ ਹੈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੁਸੀਂ ਕਿਸੇ ਤੋਂ ਪੈਸੇ ਦੀ ਰਿਕਵਰੀ ਦਾ ਦਾਅਵਾ ਫਾਈਲ ਕਰਨਾ ਹੈ ਤਾਂ ਉਹਦੀ ਜਿਹੜੀ ਪ੍ਰੋਪਰ ਕੋਰਟ ਫੀ ਅਕੋਰਡਿੰਗ ਟੂ ਵੈਲਿਊ ਜਿਹੜੀ ਹੈ ਜਿੰਨੇ ਪੈਸੇ ਰਿਕਵਰ ਕਰਨੇ ਹੈ ਉਹਦੇ ਮੁਤਾਬਕ ਜਿਹੜੀ ਹੈ ਘੱਟ ਵੱਧ ਹੋ ਜਾਂਦੀ ਹੈ। ਜਿਵੇਂ ਲੱਖ ਰੁਪਏ ਦੀ ਦੱਸੀ ਹੋਈ ਹੈ ਵੀ ਇੰਨੇ ਪੈਸੇ ਰਿਕਵਰ ਕਰਨੇ ਹੈ, ਇਸੇ ਤਰ੍ਹਾਂ 2 ਲੱਖ ਰੁਪਏ ਦੇ ਜਿਹੜੇ ਥੋੜ੍ਹੇ ਜਿਹੇ ਵੱਧ ਜਾਂਦੀ ਹੈ। ਜਿੰਨੀ ਅਮਾਊਂਟ ਰਿਕਵਰੀ ਦੀ ਹੋਏਗੀ ਉਹਦੇ ਹਿਸਾਬ ਨਾਲ ਜਿਹੜੀ ਹੈ ਕੋਰਟ ਫੀਸ ਜਿਹੜੀ ਹੈ ਘਟਦੀ ਵੱਧਦੀ ਰਹੇਗੀ। ਅਗਰ ਤੁਸੀਂ ਕੋਈ ਡਿਕਲੇਰੇਸ਼ਨ ਲੈਣੀ ਹੈ, ਕੋਈ ਆਪਣਾ ਰਾਈਟ ਡਿਕਲੇਅਰ ਕਰਾਉਣਾ ਹੈ ਤਾਂ ਜਿਹੜੀ ਉਸ ਦੀ ਕੋਰਟ ਫੀਸ ਆਮ ਤੌਰ ਤੇ ਜਿਹੜੀ ਦੱਸੀ ਜਾਂਦੀ ਹੈ ਉਹ ਹੈ 50 ਰੁਪਏ। ਕੋਈ ਕਿਸੇ ਦੇ ਖਿਲਾਫ ਤੁਸੀਂ ਬੰਦੀ ਦਾ ਹੁਕਮ ਲੈਣਾ ਹੈ, ਤੁਸੀਂ ਕਬਜ਼ੇ ਦੇ ਵਿੱਚ ਬੈਠੇ ਹੋ ਔਰ ਤੁਸੀਂ ਰੋਕਣਾ ਚਾਹੁੰਦੇ ਹੋ ਕਿਸੇ ਨੂੰ ਵੀ ਉਹ ਤੁਹਾਡੇ ਖਿਲਾਫ ਜਿਹੜਾ ਹੈ ਤੁਹਾਡੇ ਕਬਜ਼ੇ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ ਤਾਂ ਜਿਹੜੀ ਉਹਦੀ ਕੋਰਟ ਫੀਸ ਹੈ ਉਹ 50 ਰੁਪਏ ਹੈ। ਅੱਜ ਦੀ ਵੀਡੀਓ ਦੇ ਵਿੱਚ ਮੈਨੇ ਤੁਹਾਨੂੰ ਦੀਵਾਨੀ ਦਾਵਾ ਕਰਨ ਦੇ ਸੰਬੰਧ ਵਿੱਚ ਆਮ ਜਿਹੀ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਤਾਂ ਜੋ
ਤੁਹਾਨੂੰ ਕਿਸੇ ਤੋਂ ਇਸ ਬਾਰੇ ਦੇ ਸੰਬੰਧ ਵਿੱਚ ਪੁੱਛਣ ਨਾ ਲੋੜ ਪਵੇ ਅਤੇ ਤੁਸੀਂ ਜਿਹੜਾ ਹੈ ਆਪਣੇ ਕੇਸ ਦੇ ਸੰਬੰਧ ਵਿੱਚ ਆਪੇ ਫੈਸਲਾ ਕਰ ਸਕੋ ਵੀ ਮੈਨੂੰ ਇਹ ਕੇਸ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਮੇਰਾ ਮਕਸਦ ਸਿਰਫ ਇੰਨਾ ਹੀ ਹੈ, ਮੈਂ ਨਹੀਂ ਚਾਹੁੰਦਾ ਵੀ ਤੁਸੀਂ ਲਿਟੀਗੇਸ਼ਨ ਦੇ ਵਿੱਚ ਅਨਨੈਸੈਸਰਲੀ ਪਾਓ। ਅਗਰ ਸਾਰਿਆਂ ਨਾਲ ਵਧੀਆ ਜਿਹੜੀ ਗੱਲ ਹੈ ਉਹ ਹੈ, ਅਗਰ ਤੁਸੀਂ ਲਿਟੀਗੇਸ਼ਨ ਅਵੋਇਡ ਕਰ ਸਕਦੇ ਹੋ, ਕਿਸੇ ਵੀ ਕੀਮਤ 'ਤੇ ਅਵੋਇਡ ਕਰ ਸਕਦੇ ਹੋ, ਤਾਂ ਲਿਟੀਗੇਸ਼ਨ ਅਵੋਇਡ ਕਰ ਲਿਓ।